ਪੰਜਾਬ ਵਿੱਚ ਇਸ ਵਾਰ ਮੱਕੀ ਦੀ ਫਸਲ ਨੂੰ ਸੁੰਡੀ ਦੀ ਮਾਰ ਵੱਜੀ ਹੈ, ਜਿਸ ਦੇ ਨਾਲ ਕਿਸਾਨਾਂ ਦੀ ਕਾਫੀ ਫਸਲ ਖਰਾਬ ਹੋ ਗਈ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਇਸ ਖਰਾਬ ਹੋਈ ਫਸਲ ਦਾ ਮੁੱਦਾ ਪੰਜਾਬ ਟੀਵੀ ਪ੍ਰਾਈਮ ਉੱਤੇ ਪਹਿਲ ਦੇ ਆਧਾਰ ਤੇ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਵਿਭਾਗ ਦੀ ਟੀਮ ਭੇਜ ਕੇ ਪਿੰਡਾਂ ਦੇ ਵਿੱਚ ਖਰਾਬ ਹੋਈ ਫਸਲ ਦਾ ਮੁਆਇਨਾ ਕਰਵਾਇਆ ਗਿਆ ਸੀ। ਖੇਤੀਬਾੜੀ ਵਿਭਾਗ ਵੱਲੋਂ ਹਲਕਾ ਪਟਵਾਰੀ ਨੂੰ ਸੌਂਪੀ ਰਿਪੋਰਟ ਦੇ ਚੱਲਦਿਆਂ ਅੱਜ ਪਟਵਾਰੀ ਵੱਲੋਂ ਜ਼ਮੀਨ ਦੀ ਗਿਰਦਾਵਰੀ ਕਰਨ ਲਈ ਪਿੰਡ ਦੜੋਲੀ ਵਿਖੇ ਪਹੁੰਚ ਕੀਤੀ ਗਈ। ਖੇਤੀਬਾੜੀ ਵਿਭਾਗ ਵੱਲੋਂ ਹਲਕਾ ਪਟਵਾਰੀ ਨੂੰ ਸੌਂਪੀ ਗਈ ਰਿਪੋਰਟ ਦੇ ਮੁਤਾਬਿਕ ਪਟਵਾਰੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਦੜੋਲੀ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਫਸਲ ਦੇ ਹਾਲਾਤ ਦੇਖਣ ਦੇ ਲਈ ਪਹੁੰਚ ਕੀਤੀ ਗਈ। ਇਸ ਮੌਕੇ ਪਟਵਾਰੀ ਦੀ ਰਿਪੋਰਟ ਨਾਲ ਕਿਸਾਨਾਂ ਵੱਲੋਂ ਅਸਹਿਮਤੀ ਪ੍ਰਗਟਾਉਂਦਿਆਂ ਹੋਇਆ ਕਿਹਾ ਕਿ ਉਹਨਾਂ ਦਾ ਜ਼ਮੀਨੀ ਨੁਕਸਾਨ ਜ਼ਿਆਦਾ ਹੈ ਤੇ ਰਿਪੋਰਟ ਮੁਤਾਬਿਕ ਘੱਟ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਉੱਤੇ ਸਥਿਤੀ ਸਪਸ਼ਟ ਕਰਨ ਦੇ ਲਈ ਜਦੋਂ ਸਾਡੀ ਟੀਮ ਨੇ ਖੇਤੀਬਾੜੀ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ 128 ਪਿੰਡਾਂ ਦੇ ਵਿੱਚੋਂ 60 ਪਿੰਡਾਂ ਦਾ ਫਸਲ ਖਰਾਬ ਹੋਣ ਤੇ ਸਿਰਫ ਸਰਵੇ ਕਰਵਾਇਆ ਗਿਆ ਸੀ, ਜਿਸ ਤਹਿਤ ਇੱਕ ਮੁੱਢਲੀ ਰਿਪੋਰਟ ਬਣਾ ਕੇ ਪਟਵਾਰੀ ਨੂੰ ਸੌਂਪੀ ਗਈ ਸੀ। ਪਰ ਫਸਲ ਦੇ ਨੁਕਸਾਨ ਦਾ ਅਸਲੀ ਜਾਇਜ਼ਾ ਪਟਵਾਰੀ ਵੱਲੋਂ ਜ਼ਮੀਨ ਦੀ ਗਿਰਦਾਵਰੀ ਸਮੇਂ ਮੌਕੇ ਤੇ ਪਹੁੰਚ ਕੇ ਕੀਤਾ ਜਾਵੇਗਾ ਤੇ ਜਿਸ ਕਿਸਾਨ ਦਾ ਜਿੰਨਾ ਨੁਕਸਾਨ ਬਣਦਾ ਹੋਵੇਗਾ ਉਸ ਨੂੰ ਉਨਾ ਹੀ ਮੁਆਵਜ਼ਾ ਦਿੱਤਾ ਜਾਵੇਗਾ। ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਅਜਿਹਾ ਲੱਗਦਾ ਹੈ ਕਿ ਉਸ ਦੀ ਜ਼ਮੀਨ ਦੇ ਵਿੱਚ ਫਸਲ ਦਾ ਨੁਕਸਾਨ ਜ਼ਿਆਦਾ ਹੋਇਆ ਹੈ ਤਾਂ ਇਸ ਦੀ ਰਿਪੋਰਟ ਪਟਵਾਰੀ ਨੂੰ ਦੇ ਸਕਦਾ ਹੈ ਜਾਂ ਖੇਤੀਬਾੜੀ ਵਿਭਾਗ ਨਾਲ ਵੀ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਫਸਲ ਦੇ ਨੁਕਸਾਨ ਦੀ ਅਸਲ ਰਿਪੋਰਟ ਹਲਕਾ ਪਟਵਾਰੀ ਦੀ ਹੀ ਮੰਨੀ ਜਾਵੇਗੀ, ਜੋ ਕਿ ਜ਼ਮੀਨ ਦੇ ਵਿੱਚ ਪਹੁੰਚ ਕੇ ਫਸਲ ਦੇ ਹਾਲਾਤਾਂ ਨੂੰ ਵੇਖ ਕੇ ਤਿਆਰ ਕੀਤੀ ਜਾਵੇਗੀ। ਪੰਜਾਬ ਟੀਵੀ ਲਈ ਅਵਿਨਾਸ਼ ਸ਼ਰਮਾ ਦੇ ਨਾਲ ਰਕੇਸ਼। ਮੈਂ ਸਰਬਣ ਸਿੰਘ ਸਨ of ਸਰਦਾਰ ਧਰਮ ਸਿੰਘ ਖੇਤੀਬਾੜੀ ਕਰ ਰਿਹਾ ਔਰ ਮੈਂ ਅੱਜ ਸਵੇਰ ਤੇ ਜਦੋਂ ਅਲੌਸਮੈਂਟ ਹੋਈ ਵੀ 9:30 ਵਜੇ ਪਟਵਾਰੀ ਸਾਹਿਬ ਆ ਰਹੇ ਨੇ ਵੀ ਇਹਨਾਂ ਨੇ ਫਸਲਾਂ ਚੈੱਕ ਕਰਨੀਆਂ ਨੇ ਤੇ ਕਿਹਦੀ ਫਸਲ ਮਰੀ ਹੈ ਤੇ ਔਰ ਕੀੜਾ ਲੱਗਾ ਹੋਇਆ। ਜਦੋਂ ਅਸੀਂ ਇੱਥੇ ਇਕੱਠੇ ਸਾਰੇ ਕਿਸਾਨ ਇਕੱਠੇ ਹੋਏ, ਤਕਰੀਬਨ 100 ਦੇ ਕਰੀਬ ਕਿਸਾਨ ਇਕੱਠੇ ਸੀਗੇ। ਉਸ ਟਾਈਮ ਦੇ ਉੱਤੇ ਜਦੋਂ ਅਸੀਂ ਰਕਬੇ ਬਾਰੇ ਪੁੱਛਿਆ, ਪਟਵਾਰੀ ਸਾਹਿਬ ਨੇ ਦੱਸਿਆ ਵੀ 12 ਕਿੱਲੇ ਜਿਹੜੇ ਆ 50 ਤੋਂ 75% ਦੇ ਵਿੱਚ ਹੈ ਔਰ 104 ਕਿੱਲੇ ਜਿਹੜੇ ਆ 25 ਤੋਂ 50 ਦੇ ਵਿੱਚ ਹੈ। ਵੀ ਜਦ ਕਿ ਜਿਹੜੇ ਸਾਡੇ 75% ਤੇ ਉੱਪਰ ਜਿਹੜੇ 75 ਤੋਂ 100% ਦੇ ਵਿੱਚ ਜਿਹੜੇ ਸਾਡੇ ਇੱਥੇ ਖੇਤੀ ਹੈ ਉਹ ਬਿਲਕੁਲ ਖਰਾਬ ਹੋਈ ਵੀ ਕੀੜੇ ਦੇ ਨਾਲ, ਉਹਦੇ ਬਾਰੇ ਕੋਈ ਵੇਰਵਾ ਹੀ ਨਹੀਂ ਹੈ। 100% ਔਰ ਜਿਹੜਾ 100% ਵਾਲੇ ਆ 100% ਦੇ ਵਿੱਚੋਂ 25% ਬੜੇ ਜ਼ੋਰ ਨਾਲ ਜਿਹੜੀ ਫਸਲ ਹੈ ਕਿਸੇ ਨੇ ਧੱਕੇ ਨਾਲ ਰੱਖੀ ਹੋਈ ਹੈ, ਨਹੀਂ 75% ਫਸਲ ਸਾਡੀ ਬਰਬਾਦ ਹੈ। ਇਸ ਕਰਕੇ ਖੇਤੀਬਾੜੀ ਵਾਲਿਆਂ ਦੀ ਬਹੁਤ ਬੜੀ ਪ੍ਰੋਬਲਮ ਹੈ। ਉਹ ਪਹਿਲਾਂ ਹੀ ਕਰਜ਼ਿਆਂ ਦੇ ਥੱਲੇ ਆ, ਇਸ ਕਰਕੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਦਾ ਗੌਰਮੈਂਟ ਦਾ ਵੀ ਫਰਜ਼ ਹੈ। ਤਾਂ ਜੋ ਹੁਣ ਪਟਵਾਰੀ ਸਾਹਿਬ ਸਾਡੇ ਨਾਲ ਆ, ਉਹ ਇਕੱਲੇ ਖੇਤ ਨੂੰ ਦੇਖ ਰਹੇ ਨੇ ਵੀ ਕਿੱਥੇ ਕਿੰਨੇ % ਫਸਲ ਮਾਰੀ ਹੈ, ਸੋ ਉਹਨਾਂ ਨੇ ਉਸ ਹਿਸਾਬ ਨਾਲ ਦਰਜ ਕਰ ਰਹੇ ਨੇ। ਸਰ, ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਚਾਨਣਾ ਪਾਉਣਾ ਚਾਹੁੰਦਾ ਕਿ ਸਾਡੇ ਅਨੰਦਪੁਰ ਸਾਹਿਬ ਬਲਾਕ ਤੇ ਨੂਰਪੁਰ ਬੇਦੀ ਬਲਾਕ, ਦੋ ਬਲਾਕਾਂ ਦੇ ਵਿੱਚ ਫਾਲ ਆਰਮੀ ਫੋਰਮ ਜਿਹੜਾ ਮੱਕੀ ਦਾ ਕੀੜਾ ਹੈਗਾ, ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ। ਸਾਡੇ ਕੋਲ ਸਟਾਫ ਦੀ ਸ਼ਾਰਟੇਜ ਹੋਣ ਕਰਕੇ ਪਹਿਲਾਂ ਅਸੀਂ ਆਪਣੀ ਅਨੰਦਪੁਰ ਸਾਹਿਬ ਦੀ ਟੀਮ ਨੂਰਪੁਰ ਬੇਦੀ ਲੈ ਗਏ। ਅਸੀਂ ਉੱਥੇ ਨੂਰਪੁਰ ਬੇਦੀ ਸਰਵੇ ਕੰਪਲੀਟ ਕੀਤਾ। ਨੂਰਪੁਰ ਬੇਦੀ ਸਰਵੇ ਕੰਪਲੀਟ ਹੋਣ ਤੋਂ ਬਾਅਦ ਅਸੀਂ ਅਨੰਦਪੁਰ ਸਾਹਿਬ ਸਰਵੇ ਸਟਾਰਟ ਕੀਤਾ। ਇੱਕ ਜਾਣਕਾਰੀ ਮੈਂ ਹੋਰ ਦੱਸਣਾ ਚਾਹੁੰਦਾ, ਸ਼ੁਰੂ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਹੈਗਾ ਵੀ ਮੱਕੀ ਦੀ ਫਸਲ ਉੱਤੇ ਕੀੜੇ ਦਾ ਹਮਲਾ ਹੋਇਆ, ਕਿਸਾਨ ਵੀਰਾਂ ਨੇ ਇੱਕ ਫਾਰਮੈਟ ਸੀਗਾ, ਉਹ ਪਤਾ ਨਹੀਂ ਕਿੰਨੇ ਬਣਾਇਆ ਹੈਗਾ, ਸਾਨੂੰ ਨਹੀਂ ਪਤਾ, ਸਾਡੇ ਡਿਪਾਰਟਮੈਂਟ ਵੱਲੋਂ ਉਹ ਫਾਰਮੈਟ ਨਹੀਂ ਬਣਾਇਆ ਹੋਇਆ। ਉਹ ਫਾਰਮੈਟ ਦੇ ਉੱਤੇ ਆਪਣੀ ਜਾਣਕਾਰੀ ਫਿਲ ਕਰਕੇ ਕਿਸਾਨ ਵੀਰਾਂ ਨੇ ਉਹ ਫਾਰਮ ਜਿਹੜੇ ਹੈਗੇ ਹੈ, ਕੁਝ ਫਾਰਮ ਸਾਡੇ ਕੋਲ, ਕੁਝ ਸਾਡੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਵਤਾਰ ਸਿੰਘ ਜੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਾਏ ਆ। ਸੋ 25 ਤਰੀਕ ਸ਼ਾਮ ਨੂੰ 6:30 ਵਜੇ ਇਹ ਫਾਰਮ ਜਿਹੜੇ ਹੈਗੇ ਆ ਅਸੀਂ ਰਿਸੀਵ ਕੀਤੇ, ਆਪ ਜਾ ਕੇ ਲੈ ਕੇ ਆਏ ਹਾਂ। 26 ਮਾਰਨਿੰਗ ਅਸੀਂ ਉਹ ਫਾਰਮਰ ਜਿਹੜੇ ਹੈਗੇ ਆ ਪਿੰਡ ਵਾਈਜ਼ ਲਾ ਕੇ ਅਸੀਂ ਉਹਨਾਂ ਫਾਰਮਰਾਂ ਨੂੰ 1 ਸਤੰਬਰ ਤੱਕ ਕੰਟੈਕਟ ਕੀਤਾ ਔਰ ਇਸ ਮੇਨ ਟਾਈਮ ਦੇ ਵਿੱਚ ਇੱਕ ਟੀਮ ਮੈਂ ਨੂਰਪੁਰ ਬੇਦੀ ਤੋਂ ਅਨੰਦਪੁਰ ਸਾਹਿਬ ਭੇਜ ਦਿੱਤੀ ਵੀ ਜਿਹੜੇ ਫਾਰਮ ਸਾਡੇ ਕੋਲ ਆਏ ਹੈਗੇ ਆ, ਅਸੀਂ ਸਭ ਤੋਂ ਪਹਿਲਾਂ ਉਹਨਾਂ ਕਿਸਾਨਾਂ ਨੂੰ ਮਿਲੀਏ ਜਾ ਕੇ। ਜਦੋਂ ਅਸੀਂ 1 ਸਤੰਬਰ ਨੂੰ ਉਹਨਾਂ ਪਿੰਡਾਂ ਦਾ ਜਿਹੜੇ ਫਾਰਮ ਸਾਡੇ ਕੋਲ ਆਏ ਸੀਗੇ ਉਹ ਅਸੀਂ ਸਰਵੇ ਕੰਪਲੀਟ ਕਰ ਲਿਆ ਤੇ 1 ਤਰੀਕ ਸਤੰਬਰ ਨੂੰ ਸ਼ਾਮ ਨੂੰ ਸਾਨੂੰ ਹਦਾਇਤਾਂ ਮਿਲੀਆਂ ਖੇਤੀਬਾੜੀ ਅਫਸਰ ਰੂਪਨਗਰ ਵੱਲੋਂ ਵੀ ਕੁਝ ਲੋਕ ਤਾਂ ਫਾਰਮ ਦੇ ਗਏ, ਲੇਕਿਨ ਕੁਝ ਲੋਕ ਜਿਹੜੇ ਫਾਰਮ ਨਹੀਂ ਦੇ ਪਾਏ ਉਹਨਾਂ ਦਾ ਨੁਕਸਾਨ ਵੀ ਹੈਗਾ ਤੇ ਕਈ ਲੋਕ ਜਿਹੜੇ ਆ ਜਾ ਨਹੀਂ ਸਕਦੇ ਆ ਜਾਂ ਜਿਨ੍ਹਾਂ ਨੂੰ ਹਲੇ ਪਤਾ ਨਹੀਂ ਲੱਗਿਆ ਉਹ ਤਾਂ ਰਹਿ ਗਏ
ਸੋ ਕੋਈ ਫਾਰਮਰ ਰਹਿ ਨਾ ਜਾਵੇ ਜਿਹੜਾ ਏਜੰਸੀ ਇਹ ਸਰਵੇ ਦੇ ਵਿੱਚ ਕਵਰ ਨਾ ਹੋਵੇ। ਸਾਨੂੰ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਜੀ ਨੇ ਹਦਾਇਤਾਂ ਕੀਤੀਆਂ ਕਿ ਅਸੀਂ ਜਿਹੜਾ ਹੈਗਾ ਇੱਕ ਰੈਂਡਮ ਸਰਵੇ ਪਿੰਡ ਵਾਈਜ਼ ਜਿਹੜਾ ਹੈਗਾ ਤੁਹਾਡੇ ਏਰੀਆ ਦੇ ਜਿੰਨੀ ਪਰਸੈਂਟੇਜ ਬਣਦੀ ਹੈ ਇੱਕ ਕੁਝ ਰੈਂਡਮਲੀ ਜਿਹੜਾ ਹੈਗਾ ਵਿੱਚੋਂ ਪਿੰਡਾਂ ਦਾ ਜਿਹੜਾ ਸਰਵੇ ਜਿਹੜਾ ਹੈਗਾ ਉਹ ਪਿੰਡ ਵਾਈਜ਼ ਕੀਤਾ ਜਾਵੇ ਤਾਂ ਕੋਈ ਕਿਸਾਨ ਜਿਹੜਾ ਹੈਗਾ ਰਹਿ ਨਾ ਜਾਵੇ। ਸੋ 2 ਸਤੰਬਰ ਤੋਂ ਲੈ ਕੇ ਅਸੀਂ 7 ਸਤੰਬਰ ਤੱਕ ਇਹ ਜਿਹੜਾ ਸਰਵੇ ਹੈਗਾ ਅਨੰਦਪੁਰ ਸਾਹਿਬ ਬਲਾਕ ਦੇ ਵਿੱਚ ਕੀਤਾ ਹੈਗਾ ਤੇ 2 ਸਤੰਬਰ ਨੂੰ ਕਿਸਾਨ ਯੂਨੀਅਨ ਦੀ ਜਿਹੜੀ ਟੀਮ ਹੈਗੀ ਹੈ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਪ੍ਰਧਾਨ ਸਰਦਾਰ ਹਰਪ੍ਰੀਤ ਸਿੰਘ ਜੀ ਤੇ ਸ਼੍ਰੀ ਸਰਦਾਰ ਵੀਰ ਸਿੰਘ ਜੀ ਉਹ ਨਾਲ ਆਏ ਹੈਗੇ ਆ ਤੇ ਉਹਨਾਂ ਦੀ ਟੀਮ ਨਾਲ ਸੀਗੀ ਹੈ। ਅਸੀਂ ਪਿੰਡ ਭਲੜੀ ਦੇ ਵਿੱਚ ਸਰਵੇ ਕੀਤਾ ਔਰ ਉਸ ਦਿਨ ਅਸੀਂ ਸਰਵੇ ਕਰਦਿਆਂ ਨੇ 9 ਪਿੰਡ ਜਿਹੜੇ ਹੈਗੇ ਆ ਅਸੀਂ 2 ਤਰੀਕ ਨੂੰ ਜਿਹੜੇ ਕੰਪਲੀਟ ਕੀਤੇ ਹੈਗੇ ਆ ਤੇ ਜਿਸ ਤਰ੍ਹਾਂ ਅਸੀਂ ਇੱਕ ਪਿੰਡ ਜਿਹੜਾ ਹੈਗਾ ਖਤਮ ਕਰਨ ਤੋਂ ਬਾਅਦ ਅਗਲੇ ਪਿੰਡ ਦੇ ਵਿੱਚ ਜਾਂਦੇ ਸੀਗੇ ਅਸੀਂ ਉਹਨਾਂ ਦੇ ਅਗਲੇ ਪਿੰਡ ਦੇ ਕੋਈ ਸਰਪੰਚ ਕੋਈ ਲੰਬੜਦਾਰ ਜਾਂ ਕੋਈ ਪਿੰਡ ਦਾ ਜ਼ਿੰਮੇਵਾਰ ਵਿਅਕਤੀ ਕੋਈ ਅਗਾਂਹ ਵਾਧੂ ਫਾਰਮਰ ਉਹਨਾਂ ਨੂੰ ਫੋਨ ਕਰ ਦਿੰਦੇ ਸੀਗੇ ਵੀ ਅਸੀਂ ਤੁਹਾਡੇ ਪਿੰਡ ਵਿੱਚ ਆ ਰਹੇ ਹਾਂ ਵੀ ਤੁਸੀਂ ਜਿਹੜਾ ਹੈਗਾ ਤਿਆਰ ਰਹਿਣਾ ਹੈਗਾ ਤੇ ਕਿਸਾਨ ਯੂਨੀਅਨ ਦੀ ਟੀਮ ਜਿਹੜੀ ਹੈਗੀ ਆ ਉਹ 2 ਤਰੀਕ ਨੂੰ ਜਿਹੜੀ ਹੈਗੀ ਆ ਉਹ ਚਲੀ ਗਈ। ਉਹ ਕਹਿੰਦੇ ਵੀ ਫਾਰਮਰ ਜਿਹੜੇ ਹੈਗੇ ਆ ਉਹ ਸਾਡੇ ਸੱਦੇ ਦੇ ਉੱਤੇ ਨਹੀਂ ਆ ਰਹੇ ਹੈਗੇ ਆ ਵੀ ਤੁਸੀਂ ਆਪਣੇ ਲੈਵਲ ਤੇ ਜਿਹੜਾ ਵੀ ਤੁਹਾਨੂੰ ਫਾਰਮਰ ਮਿਲਦਾ ਹੈਗਾ ਤੁਸੀਂ ਉਹ ਸਰਵੇ ਸਟਾਰਟ ਕਰੋ। ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਮੇਰੇ ਕੋਲ 2 ਮੇਰੇ ਸਬ ਇੰਸਪੈਕਟਰ ਨੇ ਸ਼੍ਰੀ ਰਾਜ ਕੁਮਾਰ ਜੀ ਤੇ ਸਰਦਾਰ ਸਰਜਿੰਦਰ ਸਿੰਘ ਜੀ ਤੇ ਇੱਕ ਮੇਰੇ ਕੋਲ ਬਲਾਕ ਟੈਕਨੋਲੋਜੀ ਮੈਨੇਜਰ ਸਰਦਾਰ ਵਰਿੰਦਰ ਸਿੰਘ ਜੀ ਤੇ ਇੱਕ ਖੇਤੀਬਾੜੀ ਵਿਕਾਸ ਅਫਸਰ ਅਮਰਜੀਤ ਸਿੰਘ। ਅਸੀਂ 3 ਟੀਮਾਂ ਦਾ ਗਠਨ ਕਰਕੇ ਰੈਂਡਮਲੀ ਪਿੰਡਾਂ ਦਾ ਸਰਵੇ ਸ਼ੁਰੂ ਕੀਤਾ ਹੈਗਾ ਔਰ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਜਾਂਦੇ ਰਹੇ ਹਾਂ ਆਪਣੇ ਲੈਵਲ ਤੇ ਵੀ ਸਰਵੇ ਕੀਤਾ। ਜਿੱਥੇ ਸਾਨੂੰ ਕਿਸਾਨ ਵੀਰ ਮਿਲਦੇ ਰਹੇ ਆ ਉੱਥੇ ਅਸੀਂ ਸਰਵੇ ਕੀਤਾ। ਪਿੰਡ ਦੜੌਲੀ ਦੇ ਵਿੱਚ ਜਦੋਂ ਗਏ ਆ ਅਸੀਂ 7 ਸਤੰਬਰ ਨੂੰ ਦੜੌਲੀ ਪਿੰਡ ਵਿੱਚ ਗਏ ਆ। ਸਰਦਾਰ ਕਰਤਾਰ ਸਿੰਘ ਜੀ ਉਹ ਸਾਨੂੰ ਨਾਲ ਅਸੀਂ ਉਹਨਾਂ ਨੂੰ ਮਿਲੇ ਆ। ਉਹਨਾਂ ਨੇ ਸਾਨੂੰ ਪਿੰਡ ਬਾਰੇ ਦੱਸਿਆ ਵੀ ਆਹ ਰਕਬਾ ਕਿਹੜਾ ਹੈਗਾ ਔਰ ਅਸੀਂ ਆਪਣੇ ਲੈਵਲ ਤੇ ਵੀ ਪਿੰਡ ਦੇ ਵਿੱਚ ਜਿਹੜਾ ਗੇੜਾ ਮਾਰਿਆ ਹੈਗਾ। ਸੋ ਅਸੀਂ ਜਿਹੜੀ ਇਹ ਸਰਵੇ ਦੀ ਰਿਪੋਰਟ ਸਬਮਿਟ ਕਰਾ ਕੇ 7 ਸਤੰਬਰ ਜਿਹੜੀ ਹੈਗੀ ਹੈ ਸ਼ਾਮ ਨੂੰ ਕੰਪਲੀਟ ਕਰ ਦਿੱਤੀ ਸੀਗੀ ਔਰ 8 ਸਤੰਬਰ ਨੂੰ ਸਵੇਰੇ ਅਸੀਂ ਜਿਹੜੀ ਹੈਗੀ ਹੈ ਇਹ ਰਿਪੋਰਟ ਜਿਹੜੀ ਹੈ ਫਾਈਨਲ ਕਰਕੇ ਅਸੀਂ ਆਪਣੇ ਮੁੱਖ ਖੇਤੀਬਾੜੀ ਦਫ਼ਤਰ ਰੂਪਨਗਰ ਜੀ ਨੂੰ ਉਹਨਾਂ ਨੂੰ ਭੇਜੀ ਹੈ। ਤੇ ਇਹ ਜਿਹੜਾ ਅਸੀਂ ਸਰਵੇ ਕੀਤਾ ਹੈਗਾ ਜਿਸ ਤਰ੍ਹਾਂ ਹੁਣ 128 ਪਿੰਡ ਦੇ ਕਰੀਬ ਸਾਡੇ ਅਨੰਦਪੁਰ ਸਾਹਿਬ ਬਲਾਕ ਦੇ ਪਿੰਡ ਨੇ ਇਹਨਾਂ ਵਿੱਚੋਂ ਅਸੀਂ ਜਿਹੜਾ ਸਰਵੇ ਕੀਤਾ ਹੈਗਾ ਉਹ 60 ਪਿੰਡ 60 ਪਿੰਡਾਂ ਦਾ ਜਿਹੜਾ ਸਰਵੇ ਜਿਹੜਾ ਕੀਤਾ ਹੈਗਾ ਰੈਂਡਮਲੀ ਮਤਲਬ ਕਿ ਅਸੀਂ ਜਿਵੇਂ ਨਾਲ ਲੱਗਦਾ ਪਿੰਡ ਹੈ ਉਹਦੇ ਉੱਥੋਂ ਐਸਟੀਮੇਟ ਪਤਾ ਲੱਗ ਜਾਂਦਾ ਹੈਗਾ ਵੀ ਇਸ ਪਿੰਡ ਦੇ ਵਿੱਚ ਕਿੰਨਾ ਨੁਕਸਾਨ ਹੈ। ਅਸੀਂ ਆਪਣੇ ਖੇਤੀਬਾੜੀ ਵਿਭਾਗ ਦੇ ਰਾਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਦੱਸਿਆ ਹੈਗਾ ਵੀ ਇਹਨਾਂ ਪਿੰਡਾਂ ਦੇ ਵਿੱਚ ਤਾਂ ਨੁਕਸਾਨ ਹੈ ਹੀ ਹੈ ਔਰ ਇਸ ਸਰਵੇ ਨੂੰ ਮੁੱਖ ਰੱਖਦੇ ਹੋਏ ਬਾਕੀ ਦੇ ਪਿੰਡ ਵੀ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਪ੍ਰਭਾਵਿਤ ਹੈਗੇ ਆ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਗਰਦੌਰੀ ਦੇ ਜਿਹੜੇ ਹੈਗੇ ਆ ਉਹ ਮਾਲ ਵਿਭਾਗ ਨੂੰ ਹੁਕਮ ਦਿੱਤੇ ਜਾਣ ਤਾਂ ਕਿ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ। ਜਿੱਦਾਂ ਹੁਣ ਫਿਗਰ ਤੁਸੀਂ ਦਿੱਤੀ ਹੈ ਗਰਾਊਂਡ ਲੈਵਲ ਉਸ ਫਿਗਰ ਦਾ ਫਰਕ ਹੈ ਤੁਹਾਡੀ ਰਿਪੋਰਟ ਤੇ ਜੋ ਪਟਵਾਰੀ ਸਾਹਿਬ ਰਿਪੋਰਟ ਦੇਣਗੇ ਜੇ ਉਹ ਡਿਫਰ ਕਰਦੀਆਂ ਹੈ ਤਾਂ ਕਿਸਾਨਾਂ ਤੇ ਇਫੈਕਟ ਹੋਏਗਾ ਉਹਦਾ। ਦੇਖੋ ਜਿੱਥੇ ਤੱਕ ਗੱਲ ਹੈਗੀ ਹੈ ਫਿਗਰ ਦਾ ਫਰਕ ਹੈਗਾ ਹੈ ਤੇ ਜੇ ਸਾਡੀ ਫਿਗਰ ਜਿਹੜੀ ਹੈਗੀ ਆ ਔਰ ਇਹਨਾਂ ਦੀ ਰੈਵਨਿਊ ਡਿਪਾਰਟ ਦੀ ਫਿਗਰ 'ਚ ਫਰਕ ਹੁੰਦਾ ਹੈਗਾ ਤਾਂ ਜਿਹੜੀ ਰੈਵਨਿਊ ਡਿਪਾਰਟਮੈਂਟ ਦੀ ਜਿਹੜੀ ਫਿਗਰ ਹੈਗੀ ਉਹ ਫਾਈਨਲ ਮੰਨੀ ਜਾਊਗੀ। ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ 60 ਪਿੰਡ ਦਾ ਸਰਵੇ ਅਸੀਂ ਸਿਰਫ 5 ਦਿਨਾਂ 'ਚ ਕੰਪਲੀਟ ਕੀਤਾ ਹੈਗਾ। ਮੇਰੇ ਕੋਲ 3 ਟੀਮਾਂ ਸੀਗੀਆਂ। ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਡੇਲੀ ਅਸੀਂ ਨਾ ਸ਼ਨੀਵਾਰ ਦੇਖਿਆ ਨਾ ਐਤਵਾਰ ਦੇਖਿਆ ਇੱਕ ਸੋਮਵਾਰ ਦੀ ਛੁੱਟੀ ਵੀ ਵਿੱਚ ਆਈ ਸੀਗੀ। ਅਸੀਂ ਉਹ ਵੀ ਦੇਖਿਆ ਜਿੰਨਾ ਵੱਧ ਤੋਂ ਵੱਧ ਸਮਾਂ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਸਰਕਾਰ ਨੂੰ ਇਹ ਰਿਪੋਰਟ ਦੇ ਸਕੀਏ ਤਾਂ ਕਿ ਸਰਕਾਰ ਜਿਹੜੀ ਹੈਗੀ ਹੈ ਅਗਲੇ ਹੁਕਮ ਦੇ ਜਲਦੀ ਦੇਵੇ ਤਾਂ ਕਿ ਮੱਕੀ ਦੀ ਜਿਹੜੀ ਫਸਲ ਹੈਗੀ ਉਹ ਵਾਢੀ ਦੀ ਸਟੇਜ ਤੇ ਪਹੁੰਚਣ ਤੋਂ ਪਹਿਲਾਂ ਇਹ ਸਾਰਾ ਕੰਮ ਹੋ ਜਾਵੇ। ਕਿਸਾਨਾਂ ਨੂੰ ਕੀ ਆਸ਼ਵਾਸਨ ਦਿਓਗੇ ਹੁਣ? ਅਸੀਂ ਕਿਸਾਨਾਂ ਨੂੰ ਇਹ ਆਸ਼ਵਾਸਨ ਦਿੰਦੇ ਹਾਂ ਕਿ ਜਿਹੜਾ ਵੀ ਮੱਕੀ ਦੀ ਫਸਲ ਦਾ ਜਿੰਨਾ ਵੀ ਰਕਬਾ ਆਇਆ ਹੈ ਪਟਵਾਰੀ ਸਾਹਿਬਾਨ ਮਾਲ ਵਿਭਾਗ ਦੇ ਜਿਹੜੇ ਅਧਿਕਾਰੀ ਹੈਗੇ ਜਦੋਂ ਤੁਹਾਡੇ ਕੋਲ ਆਉਂਦੇ ਹੈਗੇ ਆ ਅਸੀਂ ਆਪਣੀਆਂ ਟੀਮਾਂ ਬਣਾ ਦਿੱਤੀਆਂ। ਜਦੋਂ ਵੀ ਕੋਈ ਪਟਵਾਰੀ ਸਾਹਿਬਾਨ ਕਿਸੇ ਪਿੰਡ ਦੇ ਵਿੱਚ ਜਾਂਦਾ ਹੈਗਾ ਅਸੀਂ ਤਹਿਸੀਲਦਾਰ ਸਾਹਿਬ ਅਨੰਦਪੁਰ ਸਾਹਿਬ ਤਹਿਸੀਲਦਾਰ ਸਾਹਿਬ ਨੂਰਪੁਰ ਬੇਦੀ ਉਹਨਾਂ ਨੂੰ ਚਿੱਠੀ ਕੱਢੀ ਹੈ ਆਪਣੇ ਲੈਵਲ ਤੇ ਸਾਰੇ ਸਟਾਫ ਮੈਂਬਰਾਂ ਦੇ ਜਿਹੜੀਆਂ ਅਸੀਂ ਟੀਮਾਂ ਬਣਾਈਆਂ ਹੋਈਆਂ ਉਹਨਾਂ ਦੇ ਫੋਨ ਨੰਬਰ ਉਹਨਾਂ ਦੀ ਡੈਜ਼ਿਗਨੇਸ਼ਨ ਨਾਲ ਲਿਖ ਕੇ ਦਿੱਤੀ ਹੋਈ ਹੈ ਕਿ ਜੇ ਕਿਸੇ ਪਟਵਾਰੀ ਸਾਹਿਬਾਨ ਨੂੰ ਕਾਨੂੰਗੋ ਸਾਹਿਬਾਨ ਨੂੰ ਸਾਡੇ ਕਿਸੇ ਅਧਿਕਾਰੀ ਦੀ ਕਰਮਚਾਰੀ ਅਧਿਕਾਰੀ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਨਾਲ ਲੈ ਕੇ ਜਾਣ ਉਹਨਾਂ ਦੀ ਹੈਲਪ ਲੈਣ। ਅਸੀਂ ਉਹਨਾਂ ਦੀ ਚਿੱਠੀ ਉਹਨਾਂ ਨੂੰ ਭਿਜਵਾ ਚੁੱਕੇ ਹਾਂ। ਔਰ ਦੂਸਰੀ ਗੱਲ ਅਸੀਂ ਪਰਸਨਲ ਲੈਵਲ ਤੇ ਵੀ ਤੇ ਮੁੱਖ ਖੇਤੀਬਾੜੀ ਅਫਸਰ ਨੂੰ ਵੀ ਲਿਖਿਆ ਹੈਗਾ ਕਿ ਉਹ ਤਹਿਸੀਲਦਾਰ ਸਾਹਿਬ ਅਨੰਦਪੁਰ ਸਾਹਿਬ ਤੇ ਨਾਇਬ ਤਹਿਸੀਲਦਾਰ ਸਾਹਿਬ ਨੂਰਪੁਰ ਬੇਦੀ ਨੂੰ ਵੀ ਇਹ ਇੰਸਟਰਕਸ਼ਨਾਂ ਜਾਰੀ ਕਰਨ ਵੀ ਜਿਹੜੀ ਸਮੇਂ ਸਿਰ ਜਿਹੜੀ ਇਹ ਗਰਦੌਰੀ ਹੈ ਪੂਰੀ ਕੀਤੀ ਜਾ ਸਕੇ। ਜਿੱਥੋਂ ਤੱਕ ਗੱਲ ਆ ਰਿਹਾ ਹੈਗਾ ਵੀ ਫਿਗਰ ਦੇ ਵਿੱਚ ਫਰਕ ਆ ਰਿਹਾ ਹੈਗਾ ਅਸੀਂ ਇੱਕ ਸਰਵੇ ਦਾ ਇੱਕ ਰਾਊਂਡ ਫਿਗਰ ਦਿੱਤੀ ਹੈਗੀ ਹੈ ਵੀ ਇਸ ਪਿੰਡ ਦੇ ਵਿੱਚ ਇਸ ਲੈਵਲ ਤੱਕ ਪਰਸੈਂਟੇਜ ਤੱਕ ਜਿਹੜਾ ਹੈਗਾ ਉਹ ਏਰੀਆ ਪ੍ਰਭਾਵਿਤ ਹੈਗਾ। ਜਿਹੜੀ ਗੱਲ ਹੈਗੀ ਹੈ ਸਰ ਵੀ ਜਾਣਨਾ ਚਾਹਾਂਗੇ ਜਿੱਦਾਂ ਹੁਣ ਮੱਕੀ ਦੀ ਫਸਲ ਦਾ ਨੁਕਸਾਨ ਹੋਇਆ ਹੈ
ਇਹ ਗਿਰਦਾਵਰੀ ਵਿੱਚ ਉਹੀ ਆਏਗਾ ਜੋ ਕੀੜੇ ਦੀ ਮਾਰ ਹੈ ਜਾਂ ਕੋਈ ਹੋਰ ਕਾਰਨ ਕਰਕੇ ਵੀ ਫਸਲ ਨਹੀਂ ਹੋਈ ਹੈ? ਸਰ ਇਹ ਜਿਹੜਾ ਸਰਵੇ ਆਪਣਾ ਮੁੱਖ ਖੇਤੀਬਾੜੀ ਅਫਸਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਇਸ 2 ਬਲਾਕਾਂ ਦੇ ਵਿੱਚ ਅਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਵਿੱਚ ਕੀਤਾ ਹੈਗਾ। ਇਹ ਜਿਹੜਾ ਸਰਵੇ ਹੈਗਾ ਅਸੀਂ ਫਾਲ ਆਰਮੀ ਵਰਮ ਜਿਹੜਾ ਕੀੜਾ ਹੈਗਾ ਇਹਦੇ ਕਰਕੇ ਜਿਹੜਾ ਨੁਕਸਾਨ ਹੋਇਆ ਸਿਰਫ ਉਹਦੇ ਸੰਬੰਧ ਦੇ ਵਿੱਚ ਹੀ ਹੈ। ਉਹਨੇ ਜਿਹੜਾ ਨੁਕਸਾਨ ਕੀਤਾ ਹੈਗਾ ਫਸਲ ਦਾ ਸਿਰਫ ਉਹਦੇ ਸੰਬੰਧ ਦੇ ਵਿੱਚ ਹੀ ਹੈ।